सत श्री अकाल प्यारे बच्चों, अज असी पढ़ांगे जमात 8वीं दी पंजाबी विषय के अंतर्गत पाठ 21 पेमी दे न्याणे। बहुत सोहनी कहानी संत सिंह शेखों जी द्वारा लिखी गई है। तो ये कहानी असी अपने बचपन तो पढ़ते आ रहे हैं। जदों असी बहुत छोटिया जमातां विच सीगे, बहुत छोटे सी, उदों भी सानूं ये कहानी बहुत अच्छी लगती सी। ते अज मैनूं मौका मिलिया है कि मैं फिर एक बार तुहाडे सामने ये कहानी रख सकां, तां जो तुसी भी इसका आनंद माण सको ते जिस उद्देश्य नाल ते जिस मंतव दे नाल ये कहानी लिखी गई है तुसी उसनूं समझ सको। 20 कुछ साल पहलां दी गल है। मैं 7 कुछ वरे दा सी। मैं इत्थे लेखक है संत सिंह शेखो जी अपने बारे लिख रहे हैं कि मैं 7 कुछ साल दा सी ते मेरी वड्डी भैन 11 वरे दी 11 सालां दी। साडा खेत घरों मील को विथदे सी, मतलब साडा जिहड़ा खेत सी वो घर तो 1 मील की दूरी ते सी। विथ मतलब दूरी। अध विचकारों एक जरनैली सड़क लंघदी सी। जरनैली हुंदा मुख सड़क, मेन सड़क, जिस विच जंगलियां, पठाणा, राशियां ते होर प्रदेशियां दा काफ़ी लांघा सी। इत्थे राशियां शब्द जिहड़ा है वो तुहाडी पुस्तक विच राक्षसां वास्ते कहा गया है। असी सब अनजाने मतलब सानूं नहीं पता सी जिन्हां नूं राशियां तो घर बैठिया ही डर आउंदा सी, इस सड़क विचों दी किसी सियाणे दा साथ तो बगैर लंघण च भै खांदे सी। मतलब सानूं राशियां तो इन्ना डर लगदा सी, घरे भी अजे असीं ना लैंदे सी तां असीं डर जांदे सी। ते जदों किसे सड़क पार करनी हुंदी ਤਾਂ ਸਾਨੂੰ ਕਿਸੇ ਵੱਡੇ ਵਿਅਕਤੀ ਦਾ ਸਾਥ ਚਾਹੀਦਾ ਹੁੰਦਾ ਸੀ, ਨਹੀਂ ਸਾਨੂੰ ਬਹੁਤ ਡਰ ਲੱਗਦਾ ਸੀ। ਪਰ ਟੰਟਾ ਇਹ ਸੀ ਕਿ ਹਰ ਵੇਲੇ ਬਾਪੂ ਤੇ ਕਾਮੇ ਦੀ ਰੋਟੀ ਫੜਾਉਣ ਜਾਣਾ ਪੈਂਦਾ ਸੀ। ਸਾਡੀ ਅਵਸਥਾ ਰੋਜ਼ ਇੱਕ ਮੁਸ਼ਕਲ ਘਾਟੀ ਲੰਘਣ ਜਿਹੀ ਹੁੰਦੀ ਸੀ ਤੇ ਲੇਕਿਨ ਸਾਨੂੰ ਹਰ ਰੋਜ਼ ਇਹ ਸੜਕ ਪਾਰ ਕਰਨੀ ਪੈਂਦੀ ਸੀ, ਕਿਉਂਕਿ ਲੇਖਕ ਨੇ ਆਪਣੇ ਬਾਪੂ ਜੀਆਂ ਦੀ ਤੇ ਕਾਮੇ ਦੀ, ਜਿਹੜਾ ਖੇਤ ਵਿੱਚ ਕੰਮ ਕਰਦਾ ਸੀ, ਜਿਹਨੂੰ ਸੀਰੀ ਵੀ ਕਹਿ ਸਕਦੇ ਹਾਂ, ਉਹਦੀ ਦੋਨਾਂ ਦੀ ਰੋਟੀ ਦੇਣ ਜਾਣਾ ਹੁੰਦਾ ਸੀ। ਤੇ ਲੇਖਕ ਤੇ ਲੇਖਕ ਦੀ ਭੈਣ ਲਈ ਇਹ ਸੜਕ ਪਾਰ ਕਰਨਾ ਇੱਕ ਮੁਸ਼ਕਲ ਘਾਟੀ ਪਾਰ ਕਰਨ ਜਿਹੀ ਗੱਲ ਹੁੰਦੀ ਸੀ। ਉਸ ਤੋਂ ਬਾਅਦ ਹੈ, ਅਸੀਂ ਆਮ ਤੌਰ ਤੇ ਘਰੋਂ ਹੌਸਲਾ ਕਰਕੇ ਇਕੱਲੇ ਹੀ ਤੁਰ ਪੈਂਦੇ, ਪਰ ਜਦ ਸੜਕ 3 ਘੁਮਾਊ ਦੀ ਵਿੱਥ ਤੇ ਰਹਿ ਜਾਂਦੀ ਤਾਂ ਨਹਿਰ ਸੂਆ ਟੱਪਣ ਲੱਗੇ ਪਠੋਰਿਆਂ ਵਾਕਰ ਖਲੋ ਕੇ ਆਸੇ ਪਾਸੇ ਤੱਕਣ ਲੱਗ ਜਾਂਦੇ। ਇੱਥੇ ਪਠੋਰਾ ਸ਼ਬਦ ਬਿਲਕੁਲ ਜਿਸ ਤਰ੍ਹਾਂ ਉੱਲੂ ਦਾ ਬੱਚਾ ਨਹੀਂ ਦੇਖਦਾ ਹੁੰਦਾ, ਟਕ 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 ਦੇਖ ਰਿਹਾ ਹੁੰਦਾ ਹੈ, ਸਾਨੂੰ ਇਹ ਵੀ ਨਹੀਂ ਸਮਝ ਆਉਂਦਾ ਕਿ ਡਰ ਰਿਹਾ ਹੈ, ਡਰਾ ਰਿਹਾ ਕੀ ਹੈ, ਉਸ ਤਰ੍ਹਾਂ ਤੱਕਣ ਲੱਗ ਜਾਂਦੇ। ਤੇ ਜੋ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣ ਦੀ ਸ਼ਰਨ ਲੈ ਕੇ ਫਿਰ ਉਹ ਸੜਕ ਤੁਰਨ ਲੱਗ ਪੈਂਦੇ। ਸਾਡੀ ਧਾਰਮਿਕ ਸਿੱਖਿਆ ਵੀ ਕੁਝ ਇਸ ਕਿਸਮ ਦੀ ਮਿਲ ਰਹੀ ਸੀ ਕਿ ਅਜਿਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ। ਹਰ ਰੋਜ਼ ਸ਼ਾਮ ਨੂੰ ਅਸੀਂ ਘਰ ਸਿਆਣਿਆਂ ਕੋਲੋਂ ਨਰਕ ਸਵਰਗ ਦੀ ਕਹਾਣੀਆਂ ਸੁਣਦੇ। ਸਵਰਗ ਤੋਂ ਸਾਨੂੰ ਖੇਡ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ, ਪਰ ਨਰਕ ਤਾਂ ਹਰ ਥਾਂ ਖੁੱਲ੍ਹੇ ਗੱਫੇ ਮਿਲਦੇ। ਸਭ ਤੋਂ ਵੱਡਾ ਨਰਕ ਮਦਰਸਾ ਸੀ। ਮਦਰਸਾ ਪਿੰਡ ਦੇ ਸਕੂਲ ਨੂੰ ਕਿਹਾ ਗਿਆ ਹੈ, ਜੋ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ। ਮਤਲਬ ਹਰ ਕੰਮ ਕਰਨਾ, ਸਕੂਲ ਜਾਣਾ ਜਾਂ ਰੋਟੀ ਲੈ ਕੇ ਖੇਤਾਂ ਵਿੱਚ ਜਾਣਾ, ਇਹ ਸਭ ਕੁਝ ਨਰਕ ਵਰਗਾ ਲੱਗਦਾ ਸੀ। ਗੱਲ ਕੀ, ਸਾਡੇ ਅਣਜਾਣੇ ਰਾਹ ਤੇ ਹਰ ਇੱਕ ਮੋੜ ਤੋਂ ਜਾਣਾ ਨਰਕ ਘਾਤ ਲਈ ਖਲੋਤਾ ਹੁੰਦਾ। ਸਾਨੂੰ ਇਹ ਲੱਗਦਾ ਕਿ ਨਰਕ ਸਾਡੀ ਵੇਟ ਕਰ ਰਿਹਾ ਹੈ। ਘਾਤ ਮਤਲਬ ਉਡੀਕ ਵਿੱਚ ਹੈ ਕਿ ਕਦੋਂ ਆਉਣਗੇ ਤੇ ਕਦੋਂ ਆਪਣੇ ਵੱਲ ਖਿੱਚ ਲਾਂਗਾ। ਖਬਰੇ ਇਸ ਸੜਕ ਦਾ ਭੈ ਸਾਗਰ, ਮਤਲਬ ਸੜਕ ਇੱਕ ਭੈ ਸਾਗਰ ਵਾਂਗੂ, ਇੱਕ ਐਵੇਂ ਲੱਗਦੀ ਜਿਵੇਂ ਬਹੁਤ ਵੱਡਾ ਡਰ ਹੈ ਜਿਸ ਨਾਲ ਅਸੀਂ ਸਾਗਰ ਪਾਰ ਕਰਨਾ ਹੈ। ਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ, ਜਾਂ ਖੇਤ ਰੋਟੀ ਲੈ ਕੇ ਜਾਣ ਲੱਗੇ। ਇਸ ਸੜਕ ਨੂੰ ਲੰਘਣਾ ਪੈਣ ਕਰਕੇ ਸਾਨੂੰ ਭੈ ਸਾਗਰ ਦਿਖਾਈ ਦਿੰਦਾ ਸੀ। ਮੈਂ ਇਸ ਦੀ ਬਾਬਤ ਯਕੀਨ ਨਾਲ ਤਾਂ ਕੁਝ ਨਹੀਂ ਕਹਿ ਸਕਦਾ। ਹਾਂ, ਇਹ ਮੈਨੂੰ ਪਤਾ ਹੈ ਕਿ ਖੇਤ ਸਵਰਗ ਸੀ, ਰੋਟੀ ਲੈ ਜਾਣ ਦੀ ਖੇਚਲ ਨਰਕ, ਤੇ ਉਹ ਜਰਨੈਲੀ ਸੜਕ ਜਿਹੜੀ ਪਾਰ ਕਰਨੀ ਸੀ ਉਹ ਭੈ ਸਾਗਰ, ਮਤਲਬ ਡਰਾਵਨਾ ਸਾਗਰ, ਜਿਹਨੂੰ ਪਾਰ ਕਰਨਾ ਬਹੁਤ ਮੁਸ਼ਕਿਲ ਹੈ। ਉਸ ਤੋਂ ਬਾਅਦ ਹੈ, ਸਿਆਲ ਦੇ ਦਿਨ ਸਨ। ਸਿਆਲ ਮਤਲਬ ਹੋ ਗਿਆ ਸਰਦੀਆਂ। ਅਸੀਂ ਦੋਵੇਂ ਭੈਣ ਭਰਾ ਧੁੱਪ ਦੁਪਹਿਰ ਦੀ ਰੋਟੀ ਲੈ ਕੇ ਖੇਤਾਂ ਵੱਲ ਨੂੰ ਚੱਲ ਪਏ। ਨਿੱਘੀ ਨਿੱਘੀ ਧੁੱਪ, ਮਤਲਬ ਅਜਿਹੀ ਧੁੱਪ ਜਿਹੜੀ ਸਾਨੂੰ ਸੇਕ ਦੇ ਰਹੀ ਸੀ। ਅਸੀਂ ਟੁਰੇ ਮਤਲਬ ਚਲੇ ਜਾ ਰਹੇ ਸੀ ਤੇ ਸਿਆਲ ਦੀ ਧੁੱਪ ਵੀ ਨੀਂਦ ਦਾ ਨਿੱਘ ਲੈ ਰਹੇ ਸੀ, ਪਰ ਦਿਲ ਵਿੱਚ ਸੜਕ ਦਾ ਲੰਘਣ ਦਾ ਡਰ ਚੂਹੇ ਵਾਂਗ ਕੁਤਰ ਰਿਹਾ ਸੀ। ਮਤਲਬ ਅੰਦਰੋਂ ਐਵੇਂ ਲੱਗ ਰਿਹਾ ਸੀ ਜਿਵੇਂ ਕੋਈ ਚੂਹਾ ਟੁੱਕ ਰਿਹਾ ਹੋਵੇ, ਕੁਤਰ ਰਿਹਾ ਹੋਵੇ। ਕਿਉਂ? ਕਿਉਂਕਿ ਦਿਲ ਘਬਰਾ ਰਿਹਾ ਸੀ ਕਿ ਹਾਏ ਸੜਕ ਤੇ ਕਦੇ ਰਾਸ਼ਾ ਨਾ ਮਿਲ ਜੇ। ਅਸੀਂ ਡਰ ਨੂੰ ਦਬਾਉਣ ਲਈ ਇੱਕ ਆਮ ਤਰੀਕਾ ਵਰਤਣਾ ਚਾਹਿਆ। ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ। ਇੱਕ ਸੀ ਰਾਜਾ।
ਉਸਦੀ ਰਾਣੀ ਮਰ ਗਈ। ਮਰਨ ਲੱਗੀ ਰਾਣੀ ਨੇ ਰਾਜੇ ਨੂੰ ਕਿਹਾ, ਤੂੰ ਮੈਨੂੰ ਇੱਕ ਕਰਾਰ ਦੇ, ਮਤਲਬ ਵਚਨ ਦੇ। ਰਾਜੇ ਨੇ ਪੁੱਛਿਆ, ਕੀ? ਮੈਂ ਕਹਾਣੀ ਵੱਲੋਂ ਧਿਆਨ ਮੋੜ ਕੇ ਪਿਛਾਂਹ ਪਿੰਡ ਵੱਲ ਨੂੰ ਦੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਜਾਵੇ। ਤੂੰ ਸੁਣਦਾ ਨਹੀਂ ਵੀਰ? ਭੈਣ ਨੇ ਮੇਰੇ ਮੋਢੇ ਤੇ ਹਲੂਣ ਕੇ ਆਖਿਆ। ਨਹੀਂ, ਮੈਂ ਸੁਣਦਾ, ਮੈਂ ਭਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ। ਅੱਛਾ। ਜਦ ਉਹ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ, ਤੂੰ ਮੇਰੇ ਨਾਲ ਕਰਾਰ ਕਰ, ਮਤਲਬ ਮੈਨੂੰ ਵਚਨ ਦੇ। ਰਾਜੇ ਨੇ ਪੁੱਛਿਆ, ਕੀ? ਰਾਣੀ ਨੇ ਕਿਹਾ, ਤੂੰ ਹੋਰ ਵਿਆਹ ਨਾ ਕਰਾਈਂ। ਸੱਚ? ਮੈਂ ਦੱਸਣਾ ਭੁੱਲ ਗਈ ਕਿ ਰਾਣੀ ਦੇ 2 ਪੁੱਤ ਤੇ 1 ਧੀ ਸੀਗੇ। ਸਾਨੂੰ ਰਾਜਾ ਤੇ ਰਾਣੀ ਆਪਣੇ ਮਾਂ ਪਿਓ ਵਰਗੇ ਹੀ ਭਾਸਦੇ ਸਨ। ਜੇ ਸਾਡੀ ਮਾਂ ਮਰਨ ਲੱਗੇ ਤਾਂ ਸਾਡੇ ਪਿਓ ਨੂੰ ਵੀ ਉਹੀ ਵਚਨ ਦੇਣ ਲਈ ਆਖੇ। ਇਹ ਖਿਆਲ ਸਾਡੇ ਅਚੇਤ ਮਨ ਵਿੱਚ ਕੰਮ ਕਰ ਰਿਹਾ ਹੋਵੇਗਾ। ਮੈਨੂੰ ਉਹ ਧੀ ਆਪਣੀ ਭੈਣ ਵਰਗੀ ਲੱਗੀ ਤੇ ਉਹਦਾ ਪੁੱਤ ਆਪਣੇ ਆਪ ਲੱਗਾ। ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ। ਸੁਣ ਗਾਹਾਂ, ਮੈਂ ਉਸਨੂੰ ਪਹਿਲੀ ਤਰ੍ਹਾਂ ਹੀ ਖਰਵੇਂ ਬੋਲ 'ਚ ਆਖਿਆ। ਰਾਣੀ ਨੇ ਕਿਹਾ, ਬਈ ਮੇਰੇ ਪੁੱਤ ਤੇ ਧੀ ਨੂੰ ਮਤਰੇਈ ਦੁੱਖ ਦੇਊਗੀ। ਮਤਰੇਈ ਮਤਲਬ ਹੁੰਦਾ ਦੂਜੀ ਮਾਂ। ਭੈਣ ਤੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰਿਮਤ ਬਣ ਕੇ ਦੱਸਿਆ। ਇਸ ਕਰਕੇ ਉਸਨੇ ਰਾਜੇ ਤੋਂ ਇਹ ਕਰਾਰ ਮੰਗਿਆ। ਰਾਜੇ ਨੇ ਕਿਹਾ, ਚੰਗਾ, ਮੈਂ ਕਰਾਰ ਕਰ ਦਿੰਨਾ। ਜਿਵੇਂ ਕਿਤੇ ਜੇ ਰਾਜਾ ਇਹ ਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾ ਕਰ ਦਿੰਦੀ। ਭਾਵੇਂ ਅਸੀਂ ਦੋਹਾਂ ਨੇ ਇਹ ਸੁਣਿਆ ਹੋਇਆ ਸੀ ਕਿ ਦਿਨੇ ਕਹਾਣੀਆਂ ਪਾਉਣ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ। ਮਤਲਬ ਜੇ ਅਸੀਂ ਦਿਨ 'ਚ ਕਹਾਣੀ ਕਹੀਏ ਤਾਂ ਜਿਹੜੇ ਰਸਤੇ ਅਸੀਂ ਜਾ ਰਹੇ ਹਾਂ ਉਹ ਰਸਤਾ ਭੁੱਲ ਜਾਂਦੇ ਹਾਂ। ਅਸਾਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ ਤੇ ਇਸ ਸੂਝ ਨੂੰ ਅਸੀਂ ਦਿਲ ਤੇ ਵਿਚਾਰਾਂ ਵਿੱਚ ਅਸਰ ਨਾ ਕਰਨ ਦਿੱਤਾ। ਪਰ ਰਾਜੇ ਨੇ ਝੱਟ ਹੀ ਦੂਜਾ ਵਿਆਹ ਕਰਵਾ ਲਿਆ। ਪਿਛਲੇ ਮੋੜ ਤੇ ਸਾਨੂੰ ਇੱਕ ਆਦਮੀ ਆਉਂਦਾ ਦਿਸਿਆ। ਅਸਾਂ ਸੁੱਖ ਦਾ ਸਾਹ ਭਰਿਆ ਤੇ ਉਸਨੂੰ ਨਾਂ ਰਲਾਉਣ ਲਈ ਖਲੋ ਗਏ। ਸਾਡੀ ਬਾਤ ਵੀ ਖਲੋ ਗਈ। ਪਰ ਉਸ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ ਤੇ ਸਾਡੇ ਵੱਲ ਨਾ ਮੁੜਿਆ। ਜਿਸ ਮੰਤਵ ਨੂੰ ਪੂਰਾ ਕਰਨ ਲਈ ਇਹ ਬਾਤ ਦਾ ਪਖੰਡ ਰਚਿਆ ਸੀ ਉਹ ਪੂਰਾ ਨਾ ਹੋ ਸਕਿਆ। ਸਾਡਾ ਖਿਆਲ ਸੀ ਬਾਤ ਦੇ ਰੁਝੇਵੇਂ ਵਿੱਚ ਅਸੀਂ ਅਚੇਤ ਹੀ ਸੜਕ ਪਾਰ ਕਰ ਜਾਵਾਂਗੇ। ਪਰ ਹੁਣ ਜਦ ਸੜਕ ਘੁਮਾਊ ਕੁ ਦੂਰ ਰਹਿ ਗਈ ਤਾਂ ਸਾਡੀ ਕਹਾਣੀ ਵੀ ਠਠੰਬਰ ਮਤਲਬ ਡਰ ਕੇ ਖਲੋ ਗਈ, ਸਹਿਮ ਕੇ ਖਲੋ ਗਈ। ਅਸੀਂ ਦੋਵੇਂ ਵੀ ਸਹਿਮ ਕੇ ਖਲੋ ਗਏ। 10-20 ਕਦਮ ਹੋਰ ਪੁੱਟੇ ਤਾਂ ਸਾਡਾ ਜਿਹੜਾ ਡਰ ਸੀ ਉਹ ਹੋਰ ਵੀ ਵੱਧ ਗਿਆ। ਸੜਕ ਵਿੱਚ ਇੱਕ ਪਾਸੇ ਇੱਕ ਕਾਲੇ ਸੂਫ ਦੀ ਵਾਸਕਟ ਤੇ ਪਠਾਣਾ ਵਾਲੀ ਖੁੱਲੀ ਸਲਵਾਰ ਦਾ ਇੱਕ ਆਦਮੀ ਲੰਮਾ ਪਿਆ ਸੀ। ਉਹ ਦੇਖ ਬੀਬੀ, ਰਾਸ਼ਾ ਪਿਆ। ਉਸ ਆਦਮੀ ਨੇ ਪਾਸਾ ਪਰਤਿਆ। ਇਹ ਤਾਂ ਹਿੱਲਦਾ ਜਾਗਦਾ ਹੈ। ਮੇਰੀ ਭੈਣ ਨੇ ਸਹਿਮ ਕੇ ਆਖਿਆ। ਹੁਣ ਕੀ ਕਰੀਏ? ਇਹ ਆਪਾਂ ਨੂੰ ਫੜ ਲਊ। ਹੋਰ ਕੀ? ਉਸਨੇ ਜਵਾਬ ਦਿੱਤਾ। ਅਸੀਂ ਰਾਤ ਨੂੰ ਘਰੋਂ ਬਾਹਰ ਕੁਝ ਘੱਟ ਹੀ ਕਦੀ ਨਿਕਲੇ ਸਾਂ, ਪਰ ਇਹ ਸੁਣਿਆ ਹੋਇਆ ਸੀ ਕਿ ਜੇ ਡਰ ਲੱਗੇ ਤਾਂ ਵਾਹਿਗੁਰੂ ਵਾਹਿਗੁਰੂ ਕਰੀਏ। ਵਾਹਿਗੁਰੂ ਤੋਂ ਤਾਂ ਭੂਤ ਪ੍ਰੇਤ ਹੀ ਡਰਦੇ ਨੇ, ਆਦਮੀ ਨਹੀਂ, ਮੇਰੀ ਭੈਣ ਨੇ ਕਿਹਾ। ਮੈਂ ਮੰਨ ਗਿਆ। ਸੜਕ ਵਿੱਚ ਪਿਆ ਰਾਸ਼ਾ ਤਾਂ ਆਦਮੀ ਸੀ। ਉਹ ਰੱਬ ਤੋਂ ਕਦ ਡਰਨ ਲੱਗਾ ਸੀ। ਤਾਂ ਫਿਰ ਹੁਣ ਕੀ ਕਰੀਏ? ਅਸੀਂ 5-7 ਮਿੰਟ ਸਹਿਮ ਕੇ ਖਲੋਤੇ ਰਹੇ। ਹਾਲੇ ਵੀ ਸਾਡੇ ਦਿਲਾਂ ਵਿੱਚ ਆਸ ਸੀ ਕਿ ਕੋਈ ਆਦਮੀ ਇਸ ਰਾਸ਼ੇ ਨੂੰ ਡਰਾਉਣ ਵਾਲਾ ਸਾਡੇ ਨਾਲ ਆ ਮਿਲੇਗਾ। ਪਰ ਇਹ ਆਸ ਪੂਰੀ ਹੁੰਦੀ ਨਾ ਦਿਸੀ। ਅਸੀਂ ਇੱਕ ਦੂਸਰੇ ਦੇ ਮੂੰਹ ਵੱਲ ਤੱਕਦੇ ਰਹੇ। ਪਰ ਅਜਿਹੇ ਸਮੇਂ ਅਸੀਂ ਉਸ ਵੇਲੇ ਇੱਕ ਦੂਸਰੇ ਦੇ ਚਿਹਰਿਆਂ ਵਿੱਚ ਕੀ ਲੱਭ ਸਕਦੇ ਸਾਂ? ਸਾਡਾ ਭੋਲਾਪਨ, ਸਾਡੀ ਏਕਤਾ ਬੇਕਰਾਰ ਹੋਏ ਖਲੋਤੇ ਸਾਂ। ਕੁਝ ਮਿੰਟਾਂ ਬਾਅਦ ਮੇਰਾ ਰੋਣਾ ਨਿਕਲ ਗਿਆ। ਮੇਰੀ ਭੈਣ ਨੇ ਪੱਲੇ ਨਾਲ ਮੇਰੇ ਹੱਥਰੂਆਂ ਨੂੰ ਪੂੰਝਦਿਆਂ ਆਖਿਆ, ਨਾ ਵੀਰ, ਰੋਣਾ ਕਿਉਂ ਹੈ? ਆਪਾਂ ਇੱਥੇ ਖੜੋਨੇ ਹਾਂ, ਹੁਣੇ ਪਿੰਡ ਤੋਂ ਕੋਈ ਆ ਜਾਊ। ਅਸਾਂ ਕੁਝ ਕਦਮ ਸੜਕ ਵੱਲ ਪੁੱਟੇ ਪਰ ਖਲੋ ਗਏ ਤੇ ਫਿਰ 5 ਕੁ ਮਿੰਟ ਕਦਮ ਮੁੜ ਆਏ। ਅੰਤ ਮੇਰੀ ਭੈਣ ਨੂੰ ਕੁਝ ਵਿਚਾਰ ਆਉਣ ਤੋਂ ਬਾਅਦ ਕਿਹਾ, ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਆ, ਸਾਨੂੰ ਨਾ ਫੜ। ਉਸ ਦੇ ਮੂੰਹ ਵਿੱਚੋਂ ਪੇਮੀ ਸ਼ਬਦ ਬੜਾ ਮਿੱਠਾ ਨਿਕਲਦਾ ਸੀ। ਹੁਣ ਤਾਂ ਜਦ ਉਹ ਮੇਰੇ ਵੱਲ ਝੁਕ ਕੇ ਮੈਨੂੰ ਤੇ ਆਪਣੇ ਆਪ ਨੂੰ ਦਿਲਾਸਾ ਦੇ ਰਹੀ ਸੀ, ਉਹ ਖੁਦ ਪੇਮੀ ਬਣੀ ਹੋਈ ਸੀ। ਮੇਰੇ ਦਿਲ ਨੂੰ ਢਾਰਸ ਵੱਜ ਗਈ। ਰਾਸ਼ਨ ਜਦ ਪਤਾ ਲੱਗੇਗਾ
कि असी पेमी दे न्याणे हाँ ਤਾਂ ਉਹ ਸਾਨੂੰ ਕੁਝ ਵੀ ਨਹੀਂ ਆਖੇਗਾ, ਨਹੀਂ ਪਕੜੇਗਾ। ਜਿਵੇਂ ਕੰਬਦਾ ਹਿਰਦਾ ਤੇ ਥਿੜਕਦੇ ਪੈਰ ਵਾਹਿਗੁਰੂ ਵਾਹਿਗੁਰੂ ਕਰਦੇ ਸ਼ਮਸ਼ਾਨ ਭੂਮੀ ਤੋਂ ਗੁਜ਼ਰ ਜਾਂਦੇ ਹਨ, ਉਵੇਂ ਹੀ ਅਸੀਂ ਪੇਮੀ ਦਾ ਨਾਂ ਲੈ ਕੇ ਸੜਕ ਪਾਰ ਹੋ ਗਏ। ਰਾਸ਼ਾ ਉੱਥੇ ਉਸੇ ਤਰ੍ਹਾਂ ਉੱਥੇ ਹੀ ਪਿਆ ਰਿਹਾ। ਇਸ ਪ੍ਰਕਾਰ ਬੱਚੇ ਜਦੋਂ ਕਿਸੇ ਡਰ ਵਾਲੀ ਥਾਂ ਤੋਂ ਨਿਕਲਦੇ ਹਨ ਤਾਂ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ। ਕਹਾਵਤ ਵੀ ਹੈ, ਮਰਦਾ ਕੀ ਨਹੀਂ ਕਰਦਾ, ਰੱਬ ਸਭ ਦਾ ਆਸਰਾ। ਤੇ ਬੱਚਿਆਂ ਨੇ ਵੀ ਛੋਟਾ ਜਿਹਾ ਇੱਕ ਰਾਸਤਾ ਲੱਭ ਲਿਆ, ਕਹਾਣੀ ਵੀ ਕਹੀ, ਵੇਟ ਵੀ ਕੀਤੀ। ਫਿਰ ਉਹਨਾਂ ਨੂੰ ਇੱਕ ਕੋਈ ਲੰਮਾ ਚੌੜਾ ਪਠਾਨ ਵੀ ਦਿਸ ਗਿਆ, ਫਿਰ ਉਸ ਤੋਂ ਵੀ ਡਰ ਗਏ, ਪਰ ਫਿਰ ਹਾਰ ਕੇ ਉਹਨਾਂ ਨੇ ਇੱਕ ਜੁਗਤ ਲਗਾਈ ਕਿ ਅਸੀਂ ਕਹਾਂਗੇ ਪੇਮੀ ਦੇ ਨਿਆਣੇ ਆ। ਤੇ ਉਹਨਾਂ ਨੂੰ ਐਂ ਲੱਗਿਆ ਕਿ ਜਿਵੇਂ ਇਹ ਸ਼ਬਦ ਜਿਹੜਾ ਹੈ ਪੇਮੀ ਦੇ ਨਿਆਣੇ, ਇਹ ਆਪਣੇ ਆਪ ਵਿੱਚ ਉਹਨਾਂ ਲਈ ਇੱਕ ਬਹੁਤ ਹੀ ਜ਼ਿਆਦਾ ਆਸਰੇ ਦੇਣ ਵਾਲਾ ਸ਼ਬਦ ਬਣ ਗਿਆ। ਵੀਰ ਮਤਲਬ ਭਰਾ, ਪਠੋਰੇ ਮੇਮਣੇ, ਮੇਮਣੇ ਲੇਲੇ, ਭੈ ਸਾਗਰ ਮਤਲਬ ਭਵ ਸਾਗਰ ਜਾਂ ਸੰਸਾਰ, ਮਦਰਸਾ ਸਕੂਲ ਪਾਠਸ਼ਾਲਾ, ਸੂਫ ਕਾਲੇ ਕੱਪੜੇ ਦਾ ਕਾਲੇ ਰੰਗ ਦਾ ਕੱਪੜਾ, ਕਰਾਰ ਮਤਲਬ ਵਚਨ, ਅਥਰੂ ਮਤਲਬ ਹੰਝੂ। ਰਾਸ਼ਾ ਮਤਲਬ ਰਾਖਸ਼ਸ, ਜਰਨੈਲੀ ਸੜਕ ਮਤਲਬ ਮੁੱਖ ਸੜਕ, ਮੇਨ ਸੜਕ ਜਿਹੜੀ ਹੋ ਗਈ। ਠਠੰਬਰ ਕੇ ਡਰ ਕੇ, ਵਾਕੁਰ ਮਤਲਬ ਵਾਂਗ, ਮਤਰੇਈ ਮਤਲਬ ਦੂਜੀ ਮਾਂ, ਸੌਤੇਲੀ ਮਾਂ। ਹੁਣ ਇਸ ਤੋਂ ਬਾਅਦ ਅਸੀਂ ਪ੍ਰਸ਼ਨ ਉੱਤਰ ਕਰਦੇ ਹਾਂ। ਲੇਖਕ ਤੇ ਉਸਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਤੇ ਕਿਉਂ? ਲੇਖਕ ਅਤੇ ਉਸਦੀ ਭੈਣ ਨੂੰ ਹਰ ਰੋਜ਼ ਇੱਕ ਵਾਰੀ ਡਰਾਉਣੀ ਜਰਨੈਲੀ ਸੜਕ ਪਾਰ ਕਰਕੇ ਖੇਤ ਵਿੱਚ ਜਾਣਾ ਪੈਂਦਾ ਸੀ, ਕਿਉਂਕਿ ਉੱਥੇ ਉਹਨਾਂ ਦੇ ਕੰਮ ਕਰਦੇ ਹੋਏ ਬਾਪੂ ਜੀ ਤੇ ਕਾਮੇ ਨੂੰ ਰੋਟੀ ਫੜਾ ਕੇ ਆਉਣੀ ਹੁੰਦੀ ਸੀ, ਇਸ ਲਈ ਉਹਨਾਂ ਨੂੰ ਜਾਣਾ ਪੈਂਦਾ ਸੀ। ਬੱਚਿਆਂ ਨੂੰ ਕਿਹੜੀ ਗੱਲ ਭੈ ਸਾਗਰ ਵਰਗੀ ਲੱਗਦੀ ਸੀ? ਕਿਉਂ? ਬੱਚਿਆਂ ਨੂੰ ਜਰਨੈਲੀ ਸੜਕ ਨੂੰ ਪਾਰ ਕਰਨਾ ਭੈ ਸਾਗਰ ਲੱਗਦਾ ਸੀ, ਕਿਉਂਕਿ ਉਸ ਉੱਤੋਂ ਜੰਗਲੀ ਪਠਾਨ ਰਾਸ਼ਿਆਂ ਦਾ ਆਉਣਾ ਜਾਣਾ ਬਹੁਤ ਸੀ ਤੇ ਉਸ ਨੂੰ ਰਾਸ਼ਿਆਂ ਤੋਂ ਤਾਂ ਘਰ ਬੈਠੇ ਹੀ ਡਰ ਆਉਂਦਾ ਸੀ, ਇਸ ਲਈ ਉਹ ਬਹੁਤ ਜ਼ਿਆਦਾ ਇਸ ਸੜਕ ਤੋਂ ਲੰਘਣ ਲੱਗਿਆਂ ਡਰਦੇ ਸਨ। ਰਸਤਾ ਪਾਰ ਕਰਨ ਲਈ ਭੈਣ ਨੇ ਭਰਾ ਨੂੰ ਕਿਸ ਤਰ੍ਹਾਂ ਦੀ ਕਹਾਣੀ ਸੁਣਾਈ? ਰਸਤਾ ਪਾਰ ਕਰਨ ਲਈ ਭੈਣ ਨੇ ਭਰਾ ਨੂੰ ਰਾਜੇ ਰਾਣੀ ਦੀ ਕਹਾਣੀ ਸੁਣਾਈ। ਕਹਾਣੀ ਵਿੱਚ ਰਾਣੀ ਨੇ ਰਾਜੇ ਨੂੰ ਕੀ ਵਚਨ ਦੇਣ ਲਈ ਕਿਹਾ? ਕਹਾਣੀ ਵਿੱਚ ਰਾਜੇ ਨੇ ਰਾਣੀ ਨੂੰ ਇਹ ਵਚਨ ਦੇਣ ਲਈ ਕਿਹਾ ਕਿ ਉਹ ਉਸਦੇ ਮਰਨ ਤੋਂ ਬਾਅਦ ਹੋਰ ਵਿਆਹ ਨਾ ਕਰਾਵੇ। ਭੈਣ ਭਰਾ ਸੜਕ ਪਾਰ ਕਰਨ ਲਈ ਕਿਹੜਾ ਰਸਤਾ ਲੱਭਦੇ ਹਨ ਜਾਂ ਕਿਹੜਾ ਤਰੀਕਾ ਸੋਚਿਆ? ਤਾਂ ਅੰਤ ਵਿੱਚ ਜਦੋਂ ਭੈਣ ਭਰਾ ਨੂੰ ਸੜਕ ਪਾਰ ਕਰਾਉਣ ਦਾ ਸਾਥ ਦੇਣ ਵਾਲਾ ਕੋਈ ਬੰਦਾ ਨਾ ਮਿਲਿਆ ਤਾਂ ਡਰ ਨੂੰ ਦਬਾਉਣ ਲਈ ਜਦੋਂ ਸਾਰੇ ਤਰੀਕੇ ਫੇਲ ਹੋ ਗਏ ਤਾਂ ਭਰਾ ਦੇ ਅਥਰੂ ਨਿਕਲ ਗਏ ਤੇ ਉਹਨਾਂ ਨੂੰ ਪੂੰਝਦਿਆਂ ਭੈਣ ਨੇ ਕਿਹਾ ਕਿ ਉਹ ਕਹਿਣਗੇ ਕਿ ਪੇਮੀ ਦੇ ਨਿਆਣੇ ਆ। ਰਾਸ਼ਾ ਉਹਨਾਂ ਨੂੰ ਨਾ ਫੜੇ। ਇਹ ਸੁਣ ਕੇ ਭਰਾ ਦੇ ਮਨ ਨੂੰ ਢਾਰਸ ਵੱਜ ਗਿਆ, ਮਤਲਬ ਸਾਂਤਵਨਾ ਮਿਲ ਗਈ ਤੇ ਉਹ ਦੋਵੇਂ ਜਣੇ ਸੜਕ ਪਾਰ ਕਰ ਗਏ। ਫਿਰ ਨੇ ਖਾਲਿਸਤਾਨ। ਸਭ ਤੋਂ ਵੱਡਾ ਨਰਕ ਡੈਸ਼ ਸੀ? ਮਦਰਸਾ। ਸਾਨੂੰ ਰਾਜਾ ਤੇ ਰਾਣੀ ਆਪਣੇ ਡੈਸ਼ ਵਰਗੇ ਹੀ ਭਾਸਦੇ ਸਨ, ਮਾਂ ਪਿਓ। ਉਸ ਤੋਂ ਬਾਅਦ ਹੈ ਵਾਹਿਗੁਰੂ ਤੋਂ ਤਾਂ ਡੈਸ਼ ਹੀ ਡਰਦੇ ਨੇ, ਆਦਮੀ ਨਹੀਂ। ਤਾਂ ਇਹਦਾ ਉੱਤਰ ਹੈ ਭੂਤ ਪ੍ਰੇਤ। ਆਪਾਂ ਕਹਾਂਗੇ ਅਸੀਂ ਤਾਂ ਡੈਸ਼ ਦੇ ਨਿਆਣੇ ਹਾਂ, ਸਾਨੂੰ ਨਾ ਫੜ। ਇਹਦਾ ਸਹੀ ਆਨਸਰ ਹੈ ਪੇਮੀ। ਡੈਸ਼ ਉਸੇ ਤਰ੍ਹਾਂ ਹੀ ਉੱਥੇ ਪਿਆ ਰਿਹਾ, ਰਾਸ਼ਾ। ਫਿਰ ਹੈ ਵਚਨ ਬਦਲੋ। ਭੈਣ ਭੈਣਾਂ, ਰਾਸ਼ਾ ਰਾਸ਼ੇ, ਸੜਕ ਸੜਕਾਂ, ਧੀ ਧੀਆਂ, ਚਿਹਰਾ ਚਿਹਰੇ, ਨਿਆਣਾ ਨਿਆਣੇ, ਇਕੱਲਾ ਇਕੱਲੇ। ਇਸ ਦੇ ਨਾਲ ਹੀ ਸਾਡੇ ਪਾਠ ਦਾ ਅਧਿਅਨ ਤੇ ਅਭਿਆਸ ਦੋਨੋਂ ਹੀ ਸਮਾਪਤ ਹੁੰਦੇ ਹਨ। ਉਮੀਦ ਹੈ ਕਿ ਇਹ ਵੀਡੀਓ ਵੀ ਤੁਹਾਡੇ ਲਈ ਲਾਭਦਾਇਕ ਰਹੇਗੀ, ਤੁਹਾਨੂੰ ਪਸੰਦ ਜ਼ਰੂਰ ਆਵੇਗੀ। ਜੇਕਰ ਪਸੰਦ ਆਵੇ ਤਾਂ ਲਾਈਕ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮਚ। ਹੈਵ ਅ ਨਾਈਸ ਡੇ। ਰੱਬ ਰਾਖਾ।